ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ ਜੇ 22 ਘੰਟਿਆਂ 'ਚ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ। ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਣਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ। ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ। ਆਰਡਰ ਦੀ ਸਾਨੂੰ ਲੋੜ ਨਹੀਂ। ਹਾਂ ਆਰਡਰ ਦੀ ਲੋੜ ਨਹੀਂ ਸਾਡੇ ਕੋਲ। ਆਰਡਰ ਦਵਾ ਦਿੱਤੀ ਯਾਰ। ਮੈਂ ਕਿਹਾ ਮੈਂ ਵੀ ਵੈਸਟ ਇੰਡੀਜ਼ ਵਾਲਾ ਹੀ ਲੱਗੂ, ਪਰਵਾਹ ਨਾ ਕਰ ਜੇ 2000 ਰੁਪਏ ਖੜਾ ਰਹੂੰਗਾ ਇੱਥੇ। ਹੈ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਆਵਾਜ਼ ਚੁੱਕਣਾ ਆ। ਕਈ ਕਹਿਣਗੇ ਜੀ ਗਰੀਬ, ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਬੁਕਤ ਨਹੀਂ, ਫਿਰ ਕਿਸੇ ਦੀ ਮਿਹਨਤ ਦੀ ਬੁਕਤ ਨਹੀਂ। ਹੁਣ ਵੇਖੋ ਆ ਤਾਰਾਂ ਨੇ, ਇਧਰੋਂ ਜਿਹੜਾ ਇੱਕ ਦੇਖਣ ਦੇ ਜਿਹੜਾ ਆ ਤਾਰਾਂ ਨੇ, ਆ ਤਾਰ ਹੈ ਥੋੜਾ ਜਿਹਾ ਪਿਛਲੀ। ਇਹ ਆ ਸਾਹਮਣੇ ਜਿਹੜੀ ਹੈ ਨਾ, ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ, ਠੀਕ ਹੈ। ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ, ਜਿੱਥੇ ਕਹਿੰਦੇ ਨੇ ਵੀ ਅਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ, ਹਾਂ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਣੇ ਆ। ਇਹੋ ਜੀ ਗੱਲ ਨਹੀਂ। ਇਹ ਉਹ ਪਿੱਛੇ, ਉਹ ਪਿੱਛੇ ਇਹ ਕਿਉਂ ਹੈ ਗੁਰਬਤ? ਕਿਉਂਕਿ 2018 ਤੋਂ ਇਹਨਾਂ ਮਿਹਨਤ ਕਸ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲੀ। ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ, ਔਰ ਇਹ 'ਚ ਕੋਈ ਇਹ ਨਾ ਸੋਚੇ ਵੀ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਦਾ ਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ 'ਚ ਆਇਆ। ਮੈਂ ਕਿਸਾਨ ਦੇ ਪੱਖ 'ਚ ਆਇਆ ਔਰ ਮੈਂ ਸਾਫ਼ ਕਹਿਣਾ ਕਿ ਇਹਦੇ 'ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ MP ਬਣਿਆ ਉਦੋਂ 4000 ਹੁੰਦੀ ਸੀ ਕੰਪਨਸੇਸ਼ਨ, ਅੱਜ 10,000 ਹੈ ਕੰਪਨਸੇਸ਼ਨ। ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਹੈ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ। ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ ਹੈ, ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ, ਇਹਨਾਂ ਕਿਸਾਨਾਂ ਦਾ ਗੰਢੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ ਹੈ। ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ, ਠੀਕ ਹੈ। ਹੁਣ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਹੈ। ਇਹ ਕਿਹਦੀ ਜ਼ਮੀਨ ਹੈ ਸਾਹਮਣੇ? ਇਹ ਤੁਹਾਡੀ ਹੈ? ਕੀ ਨਾਂ ਹੈ? ਜੱਟੂ ਸਿੰਘ। ਜੱਟੂ ਸਿੰਘ। ਕਿੰਨੀ ਹੈ? ਇਹ ਤਾਂ 4.5 ਕਿੱਲੇ ਮੇਰੇ ਕੋਲ ਹੈ। ਇੱਥੇ 4.5 ਇੱਥੇ ਸਭ ਤੋਂ ਵੱਧ ਕਿਹਦੀ ਹੈ? ਇੱਥੇ ਤਾਂ ਸਾਰਾ ਵੱਧ ਕੋਈ ਨਹੀਂ, 4-5 ਏਕੜ ਵਾਲਾ। ਅੱਛਾ 4-4 5-5 ਕਿੱਲੇ ਆ। ਤੇ ਸਵੇਰੇ ਜਿਹੜਾ ਇੱਕ ਜਾਨਵਰ ਦੀ ਸਾਨੂੰ ਬੜੀ ਦਿੱਕਤ ਰਹਿੰਦੀ ਸਰ। ਜਾਨਵਰ ਸੂਰ ਹੈ ਨਾ, ਸੂਰ ਖਾ ਜਾਂਦੇ। ਇਹ ਤਾਂ ਜੀ ਪਾਣੀ ਪੀਣ ਨੂੰ ਨਾ ਲਾਇਕ ਰਹਿ ਗਿਆ ਤੇ ਨਾ ਹੀ ਫਸਲ ਦੇ ਲਾਉਣ ਦੇ ਸਭ ਤੇ ਫਿਰ ਪਾਣੀ ਕਿੱਥੋਂ ਲਾਣੀ? ਪਾਣੀ ਤਾਂ ਫਸਲ ਖਰਾਬ ਹੋ ਰਹੀ ਹੈ, ਕਲਰ ਬਣ ਰਹੀ ਸਰ। ਕਲਰ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾਲ ਲਵਾਂਗੇ ਤੇ ਕਿਹਦੀ ਸਾਰ ਲਵਾਂਗੇ ਮੈਨੂੰ ਦੱਸੋ। ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ, ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ। ਅੱਜ ਕਿਸਾਨ ਧਰਨੇ ਵੀ ਲਾ ਰਹੇ ਆ। ਵੇਖੋ 2 ਘੰਟੇ ਬਿਜਲੀ ਆਉਂਦੀ ਹੈ, 2 ਘੰਟੇ। ਤੇ ਅੱਜ ਮੈਂ ਸਵੇਰੇ ਕਿਹਾ ਸੀਗਾ, ਅੱਜ PPCL ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜੇ ਮੈਂ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ। ਜੀ ਜੀ ਤੁਸੀਂ ਸੁਣਨਾ ਚਾਹੋਗੇ? ਸੁਣਾਓ। ਲਓ सर उसका बोझ पानी दस दो। नहीं मैं मुंह जबानी रख देना। नहीं शॉर्ट में बता दो सर। शॉर्ट में और छोटी जी बेनती है। शॉर्ट में ये कर लेना तो शॉर्ट में ये है कि भाई तुसी पंजाब दे लोग हुण साडे नाल थोड़ी जी कोआपरेशन करो, क्योंकि अगले 3 दिन तलवंडी साबो ते रोपड़ वाला प्लांट बंद रहेगा। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ ਜੇ 22 ਘੰਟਿਆਂ 'ਚ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਇਹ ਹਿਸਾਬ ਤਾਂ ਬਾਲ ਬੱਚਾ ਦਾ ਮਾਰ ਕੇ ਰਾਤੀ ਰਹਿ ਨਹੀਂ ਦਿੰਦੇ। ਸਿੱਧੂ ਸਾਹਿਬ ਜੀ ਪੰਜੇ ਮੋਟਾ ਮੱਛਰ ਹੈਗਾ ਪਿੰਡ ਦੇ ਜਵਾਕਾਂ ਨੂੰ। ਇੱਕ ਮਿੰਟ ਯਾਰ ਬਾਤ ਰਹਿਣ ਦਿੰਦੇ। ਰਾਤ ਨੂੰ ਖੈਰ ਯਾਰ ਤੂੰ ਸੁਣਦੇ ਹੋ ਨਹੀਂ ਸੁਣਦੇ ਨਾ? ਲੈ ਰਾਤ ਨੂੰ ਹੀ ਨਹੀਂ ਦਿੰਦੇ। ਰਾਤ ਨੂੰ ਵੀ ਨਹੀਂ ਆਉਂਦੀ। ਬੱਚੇ ਸਾਰੀ ਰਾਤ ਰੋਂਦੇ ਲਾਂਦੇ ਬਿਜਲੀ ਵਾਲੇ। ਇੱਕ ਮਿੰਟ ਠਹਿਰ ਨਾ, ਤੇਰੇ ਸਵਾਲਾਂ ਦੀ ਗੱਲ ਛੱਡ, ਮੈਂ ਲੋਕਾਂ ਦੀ ਗੱਲ ਕਰਦਾ। ਅਸਲੀ ਕਿੰਨੀ ਬੱਤੀ ਆਉਂਦੀ ਆ? ਇਹ ਤਾਂ ਮੇਰੇ ਰਿਸ਼ਤੇਦਾਰ ਨਹੀਂ। ਸਰ ਸਵੇਰੇ 1 ਘੰਟਾ ਸਿਰਫ ਚੱਲੀ ਇਹ ਗਹਿਣੇ ਕਹਿੰਦੇ ਸਾਡੀ ਕਣਕ 30 ਮਣ ਵੀ ਜੜੀ ਕਿੱਲਾ 20 ਮਣ ਕਿੱਲਾ ਜੜੀ ਤਕਰੀਬਨ ਕਣਕ 11:30 ਸਾਡੀ 20 ਮਣ ਕਣਕ ਨਿਕਲੀ ਹੈ ਕਿੱਲੇ। ਕਿੰਨੇ ਮਣ? 20 ਮਣ। 20 ਮਣ। ਕਹਿੰਦੇ ਲੈਟ ਦਿੱਤੀ ਨਹੀਂ। ਸਾਰੇ ਕੱਟ ਲਾ। ਸਾਰੇ ਕੱਟ ਸਰ। ਸਾਰੇ ਕੱਟ। 4 दिन हो गए लाइट ही नहीं आई। ਸਰ ਕਬਾਏ ਵੀ ਆਪਾਂ ਜਨਰੇਟਰ ਹੀ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ
ਤੁਸੀਂ ਤਾਂ ਜਨਰੇਟਰ ਚਲਾ ਲਓ ਹੁਣ ਇਹ ਜਿਹੜਾ ਅਸੀਂ ਕਿੱਥੇ ਚਲਾਈਏ ਜਨਰੇਟਰ ਸਾਡੇ ਪੈਸੇ ਜਨਰੇਟਰ ਕਿੱਥੇ ਚਲਾਈਏ 100 ਰੁਪਏ ਲੀਟਰ ਸਰ ਡੀਜ਼ਲ ਹੈਗਾ 100 ਸਿੱਧੂ ਸਾਹਿਬ ਛੋਟੀਆਂ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ ਮੇਰੇ 30000 ਪਰਸੋਂ ਜੁਰਮਾਨਾ ਕਰ ਗਏ ਵੀ ਤੇਰਾ ਮਾਫੀ ਵਾਲਾ ਮੀਟਰ ਲੱਗਿਆ ਜੀ ਛੋਟੀ ਦੁਕਾਨ ਕਰਿਆਨੇ ਦੀ ਆਹ ਹਾਲ ਸ਼ੁਰੂ ਕਰਤਾ ਪਿੰਡ ਦੇ ਵਿੱਚ ਇੰਨੇ ਧੱਕੇਸ਼ਾਹੀ ਹੋ ਰਹੀ ਮਤਲਬ ਜਿਹਦੇ ਕੋਲ 30 ਰੁਪਏ ਨਹੀਂ ਹੈਗੇ ਹੁਣ ਜਿਹੜੀ ਝਾੜ ਘਟਣ ਦੀ ਗੱਲ ਕੀਤੀ ਹੈ ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਾਵੇਂ ਝਾੜ ਘਟਿਆ ਪਰ ਪਰਮਾਤਮਾ ਹਰੇਕ ਅਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲ੍ਹਦਾ। 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕ ਰਹੀ ਹੈ ਕਿਉਂਕਿ ਕਣਕ ਦੀ ਸਕੈਰਸਿਟੀ ਹੈ ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ। ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ? ਦੂਜੀ ਗੱਲ 22 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮੈਂ ਤੁਹਾਨੂੰ ਜੇ ਨਾਮ ਤੁਸੀਂ ਨਾਮ ਤੁਹਾਡੇ ਕੋਲ ਹੋਣੇ ਲੇਕਿਨ ਕਿਸ ਤਰੀਕੇ ਨਾਲ ਕਿਸੇ ਨੇ ਗੱਡੀ ਅੱਗੇ ਆ ਕੇ ਕਿਸੇ ਨੇ ਫਾਹਾ ਲਾ ਕੇ ਕਿਸੇ ਨੇ ਟੋਭੇ ਛਾਲ ਮਾਰ ਕੇ ਟੋਭੇ 'ਚ ਨੀਵਾਂ ਹੋ ਕੇ ਉੱਥੇ ਛਾਲ ਮਾਰ ਕੇ ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ ਕੱਲ ਪਰਸੋਂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ ਕਿੱਥੇ ਗਏ ਸੀ ਮੋੜ ਗਿਆ ਸੀ ਮੈਂ ਨਹੀਂ ਨਾਭੇ ਤੁੰਗਾ ਨਾਭੇ ਗਿਆ ਸੀ ਮੈਂ ਉਹਨੇ ਸਲਫਾਸ ਖਾ ਕੇ ਔਰ ਕਹਿੰਦੇ ਇੰਨੀ ਕੁ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ ਅੰਤਾਂ ਉਤਾਂ ਪੜ ਕੇ ਕਹਿੰਦੇ ਮਤਲਬ ਜਿਵੇਂ ਮਾਚੀ ਮਰ ਗਿਆ ਸੀ ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ ਕਹਿੰਦਾ ਮੈਂ ਜੀ ਕੇ ਲੈਣਾ ਕੀ ਹੈ ਔਰ ਉਹ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ ਸੈਂਟਰ ਦੀ ਸਰਕਾਰ ਨੂੰ ਕਿ ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ ਇਹਨਾਂ ਦੀ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ ਤੇ ਮੈਨੂੰ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ। ਕਿਉਂ ਅਸੀਂ ਸੁਵਿਧਾਵਾਂ ਨਹੀਂ ਦੇ ਸਕਦੇ? ਕਿਉਂ ਅਸੀਂ ਸਹੂਲਤਾਂ ਨਹੀਂ ਦੇ ਪਾ ਰਹੇ? ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾ ਰਹੇ? ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾ ਰਹੇ? ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ। ਸਮਝੋ ਜੇ ਹੋਣ ਤੇ 50 ਪੈਸੇ ਦੇ ਕੇ ਤੁਸੀਂ ਰੁਪਈਏ ਲੈ ਸਕਦੇ ਔਰ ਇਹ ਜਿਹੜੀ ਔਰ ਜਿਹੜੀ ਇਨਕਮ ਹੈ 2007 ਚ ਇਹ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਆ। ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ ਇੱਕ ਮਿੰਟ ਜੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ? ਮੈਂ ਇਹੀ ਕਹਿਣਾ ਕਿ ਇਸ ਮਾਫੀਆ ਨੂੰ ਮਾਰੋ। 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ। ਨੰਬਰ 1 ਸ਼ਰਾਬ, ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ। ਇਹ GST ਤੋਂ ਪਰੇ ਨੇ, ਠੀਕ ਹੈ ਜੀ। ਨੰਬਰ 2 ਸੈਂਡ, ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ, ਠੀਕ ਹੈ। ਇਹ ਚੀਜ਼ਾਂ GST ਤੋਂ ਬਾਹਰ ਨੇ, ਇਹਨਾਂ ਚੋਂ ਪੈਸੇ ਨਿਕਲ ਸਕਦੇ ਆ, ਰੇਤੇ ਚੋਂ, ਸ਼ਰਾਬ ਚੋਂ, ਟਰਾਂਸਪੋਰਟ ਚੋਂ ਤੇ ਕੇਬਲ ਚੋਂ। ਅੱਜ ਕਿਤੇ ਛਾਪਾ ਛੁਪਾ ਮਾਰਿਆ, ਮੈਂ ਤਾਰੀਫ ਕਰਦਾ। ਉਸ ਤੋਂ ਬਾਅਦ ਜ਼ਮੀਨਾਂ ਕਬਜ਼ੇ 'ਚ ਨੇ, ਬੜੇ ਬੜੇ ਧਨਾਟਾਂ ਨੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਬੜੀਆਂ ਸਟੇਟਮੈਂਟਾਂ ਸੁਣੀਆਂ, ਮੈਨੂੰ ਬੜੀ ਖੁਸ਼ੀ ਹੈ। ਅਸੀਂ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਏ ਸੀ ਰਿਪੋਰਟ ਬਣਾਈ ਕਿ ਮੈਂ ਸੀ ਚੇਅਰਮੈਨ ਸਬ ਕਮੇਟੀ ਦਾ, ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਉਹਦੀ ਆਪਦੀ ਦੱਬੀ ਹੋਈ ਸੀ ਤੇ ਉਹਨੇ ਕਾਰਵਾਈ ਕਰਨੀ ਸੀ। ਕਰੋ ਕਾਰਵਾਈ ਠੋਕ ਕੇ, ਅਸੀਂ ਨਾਲ ਖੜੇ ਹਾਂ। ਫਿਰ ਜਿਹੜੀ ਹੈ ਟੈਕਸ ਕੰਪਲਾਇੰਸ, ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ, ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ, ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ। ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ, ਮੁਲਾਜ਼ਮ ਵੀ ਪੱਕੇ ਹੁੰਦੇ ਆ, ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ। ਤੇ ਆ ਜਿਹੜਾ 2018 ਤੋਂ ਜਿਹੜੀ 10,000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾਂ ਪਾਰ ਆ, ਦੇਖੋ ਜਿਹੜੇ ਗੰਢੇ ਨਾਲ ਰੋਟੀ ਖਾਂਦੇ ਆ, ਅਚਾਰ ਨਾਲ ਰੋਟੀ ਖਾਂਦੇ ਆ, ਸਾਰਾ ਦਿਨ ਹੀ ਧੁੱਪੇ ਸੜ ਕੇ ਮਤਲਬ ਜਿਹੜੇ ਘੰਟੇ ਨਾਲ ਕੰਮ ਕਰਨ ਨੂੰ ਮਿਲਦੇ ਨੇ, ਬਾਕੀ 3-4 ਘੰਟੇ ਕੰਮ ਕਰਕੇ। ਸਰ ਜੀ ਇੱਕ ਮਿੰਟ ਸਰ ਜੀ, ਮੈਨੂੰ 4 ਵਜੇ 5 ਵਜੇ ਵਿਆਹ ਦੇਣਾ ਵਿੱਚ ਸੁਣ ਲੈ, ਇਹਨਾਂ ਦੇ ਖਾਤਰ ਮੈਂ ਇਹ ਕਹਿਣਾ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ, ਕਿਸੇ ਸਰਕਾਰ ਦੀ ਹੋਵੇ, ਕਿਸਾਨ ਸਾਡਾ ਸਰਮਾਇਆ ਹੈ, ਅੰਨਦਾਤਾ ਹੈ, ਸਮਝਦੇ ਨਹੀਂ? ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਇਸ਼ੂ ਹੋਣੀ ਚਾਹੀਦੀ ਹੈ। ਇਹ 50 ਪੈਸੇ ਪਾ ਕੇ ਰੁਪਈਆ ਸੈਂਟਰ ਦੀ ਸਰਕਾਰ ਤੋਂ
ਲੈਣਾ ਚਾਹੀਦਾ, ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ। ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਹਾ ਕਿ ਮੇਰੇ ਦਿਲ ਦੇ ਬੜਾ ਕਰੀਬ ਹੈ। ਇਹ ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਇਹ ਤਿੰਨੇ ਡਿਸਟ੍ਰਿਕਟਾਂ ਦੇ ਵਿੱਚ 31000 ਏਕੜ ਜ਼ਮੀਨ ਆਉਂਦੀ ਹੈ। ਹੁਣ ਕੋਈ ਸਵਾਲ ਪੁੱਛਣਾ ਹੋਵੇ ਤਾਂ ਦੱਸੋ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ 'ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ 20000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ। ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ ਹੈ। ਆਰਡਰ ਦੀ ਸਾਨੂੰ ਲੋੜ ਨਹੀਂ। ਹਾਂ, ਆਰਡਰ ਦੀ ਲੋੜ ਨਹੀਂ ਸਾਡੇ ਕੋਲ ਆਰਡਰ ਦੀ ਲੋੜ ਨਹੀਂ। ਆਰਡਰ ਦਵਾ ਦਿੱਤੀ ਹੈ। ਮੈਂ ਕਿਹਾ ਮੈਂ ਵੀ ਵੈਸਟ ਇੰਡੀਜ਼ ਵਾਲਾ ਹੀ ਲੱਗੂ, ਪਰਵਾਹ ਨਾ ਕਰ ਜੇ 2000 ਰੁਪਏ ਖੜਾ ਰਹੂੰਗਾ ਇੱਥੇ। ਹੈ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਆਵਾਜ਼ ਚੁੱਕਣਾ ਆ। ਕਈ ਕਹਿਣਗੇ ਜੀ ਗਰੀਬ, ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਬੁਕਤ ਨਹੀਂ, ਫਿਰ ਕਿਸੇ ਦੀ ਮਿਹਨਤ ਦੀ ਬੁਕਤ ਨਹੀਂ। ਹੁਣ ਵੇਖੋ ਆ ਤਾਰਾਂ ਨੇ, ਇਧਰੋਂ ਜਿਹੜਾ ਇੱਕ ਦੇਖਣ ਦੇ ਜਿਹੜਾ ਆ ਤਾਰਾਂ ਨੇ, ਆ ਤਾਰ ਹੈ ਥੋੜਾ ਜਿਹਾ ਪਿੱਛੇ। ਇਹ ਆ ਸਾਹਮਣੇ ਜਿਹੜੀ ਹੈ ਨਾ, ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ, ਠੀਕ ਹੈ। ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ, ਜਿੱਥੇ ਕਹਿੰਦੇ ਨੇ ਵੀ ਅਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ, ਹਾਂ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਣੇ ਆ। ਇਹੋ ਜੀ ਗੱਲ ਨਹੀਂ। ਇਹ ਉਹ ਪਿੱਛੇ, ਉਹ ਪਿੱਛੇ ਇਹ ਕਿਉਂ ਹੈ ਗੁਰਬਤ? ਕਿਉਂਕਿ 2018 ਤੋਂ ਇਹਨਾਂ ਮਿਹਨਤ ਕਸ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲੀ। ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ, ਔਰ ਇਹ 'ਚ ਕੋਈ ਇਹ ਨਾ ਸੋਚੇ ਵੀ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਨਾ ਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ 'ਚ ਆਇਆ। ਮੈਂ ਕਿਸਾਨ ਦੇ ਪੱਖ 'ਚ ਆਇਆ ਔਰ ਮੈਂ ਸਾਫ਼ ਕਹਿਣਾ ਕਿ ਇਹਦੇ 'ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ MP ਬਣਿਆ ਉਦੋਂ 4000 ਹੁੰਦੀ ਸੀ ਕੰਪਨਸੇਸ਼ਨ, ਅੱਜ 10000 ਹੈ ਕੰਪਨਸੇਸ਼ਨ। ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਹੈ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ। ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ ਹੈ, ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ, ਇਹਨਾਂ ਕਿਸਾਨਾਂ ਦਾ ਗੰਢੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ ਹੈ। ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ, ਠੀਕ ਹੈ। ਹੁਣ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਹੈ। ਇਹ ਕਿਹਦੀ ਜ਼ਮੀਨ ਹੈ ਸਾਹਮਣੇ? ਇਹ ਤੁਹਾਡੀ ਹੈ? ਕੀ ਨਾਂ ਹੈ? ਜੱਟੂ ਸਿੰਘ। ਕਿੰਨੀ ਹੈ? ਇਹ ਤਾਂ 4.5 ਕਿੱਲੇ ਮੇਰੇ ਕੋਲ ਹੈ। ਇੱਥੇ 4.5 ਇੱਥੇ ਸਭ ਤੋਂ ਵੱਧ ਕਿਹਦੀ ਹੈ? ਇੱਥੇ ਤਾਂ ਸਾਰਾ ਵੱਧ ਕੋਈ ਨਹੀਂ, 4-5 ਏਕੜ ਵਾਲਾ। ਅੱਛਾ 4-4 5-5 ਕਿੱਲੇ ਆ। ਤੇ ਸਵੇਰੇ ਜਿਹੜਾ ਇੱਕ ਜਾਨਵਰ ਦੀ ਸਾਨੂੰ ਬੜੀ ਦਿੱਕਤ ਰਹਿੰਦੀ ਸਰ। ਜਾਨਵਰ ਸੂਰ ਹੈ ਨਾ, ਸੂਰ ਖਾ ਜਾਂਦੇ। ਸਾਨੂੰ ਕਿਸੇ ਤਰ੍ਹਾਂ ਇਹ ਤਾਂ ਜੀ ਪਾਣੀ ਪੀਣ ਨੂੰ ਨਾ ਲਾਇਕ ਰਹਿ ਗਿਆ ਤੇ ਨਾ ਹੀ ਫਸਲ ਦੇ ਲਾਉਣ ਦੇ ਸਭ ਤਾਂ ਫਿਰ ਪਾਣੀ ਕਿੱਥੋਂ ਲਾਣੇ? ਪਾਣੀ ਤਾਂ ਫਸਲ ਖਰਾਬ ਹੋ ਰਹੀ ਹੈ, ਕਲਰ ਬਣ ਰਹੀ ਸਰ। ਕਲਰ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾ ਲਵਾਂਗੇ ਤਾਂ ਕਿਹਦੀ ਸਾਰ ਲਵਾਂਗੇ ਮੈਨੂੰ ਦੱਸੋ। ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ, ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ। ਅੱਜ ਕਿਸਾਨ ਧਰਨੇ ਵੀ ਲਾ ਰਹੇ ਆ। ਵੇਖੋ 2 ਘੰਟੇ ਬਿਜਲੀ ਆਉਂਦੀ ਹੈ, 2 ਘੰਟੇ। ਤੇ ਅੱਜ ਮੈਂ ਸਵੇਰੇ ਕਿਹਾ ਸੀਗਾ, ਅੱਜ PPCL ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜੇ ਮੈਂ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ। जी ਤੁਸੀਂ ਸੁਣਨਾ ਚਾਹੋਗੇ? सुना ਲਓ। ਸਰ ਉਸਕੇ ਮੂੰਹ ਜ਼ਬਾਨੀ ਦੱਸ ਦੋ ਜੀ। नहीं मैं मुंह जुबानी रहा था ना। नहीं शॉर्ट में बता दो सर, शॉर्ट में और छोटी जी बेनती है। शॉर्ट में ये कर लेने दो। शॉर्ट में ये है कि भाई ਤੁਸੀਂ ਪੰਜਾਬ ਦੇ ਲੋਕ ਹੁਣ ਸਾਡੇ ਨਾਲ ਥੋੜੀ ਜੀ ਕੋਆਪਰੇਸ਼ਨ ਕਰੋ, ਕਿਉਂਕਿ ਅਗਲੇ 3 ਦਿਨ ਤਲਵੰਡੀ ਸਾਬੋ ਤੇ ਰੋਪੜ ਵਾਲਾ ਪਲਾਂਟ ਬੰਦ ਰਹੇਗਾ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ 'ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਇਹ ਹਿਸਾਬ ਤਾਂ बाल बच्चा ना बाहर के रात रैड नहीं देंगे, सिद्धू साहब ये पंजा मोटा मच्छर हैगा पिंड दे जवाकां एक मिनट यार बात कर ले। यार तू सुनते हो नहीं सुनते ना? लैट रात ਨੂੰ ਹੀ ਨਹੀਂ ਦਿੰਦੇ।
ਰਾਤ ਨੂੰ ਵੀ ਨਹੀਂ ਆਉਂਦੀ। ਉਹ ਬੱਚੇ ਸਾਰੀ ਰਾਤ ਰੋਂਦੇ ਲਾਂਦੇ ਬਿਜਲੀ ਵਾਲੇ। ਇੱਕ ਮਿੰਟ ਠਹਿਰ ਲੈ, ਤੇਰੇ ਸਵਾਲਾਂ ਦੀ ਗੱਲ ਛੱਡ, ਮੈਂ ਲੋਕਾਂ ਦੀ ਗੱਲ ਕਰਦਾ। ਅਸਲੀ ਕਿੰਨੀ ਬੱਤੀ ਆਉਂਦੀ ਆ? ਇਹ ਤਾਂ ਮੇਰੇ ਰਿਸ਼ਤੇਦਾਰ ਨਹੀਂ। ਹਾਂ ਸਰ ਸਵੇਰੇ ਦੀ 1 ਘੰਟਾ ਸਿਰ ਚੱਲੀ ਇਹ ਗਹਿਣੇ ਕਹਿੰਦੇ ਸਾਡੀ ਕਣਕ 30 ਮਣ ਵੀ ਜਿਹੜੀ ਕਿੱਲਾ 20 ਮਣ ਕਿੱਲਾ ਜੜੀ ਤਕਰੀਬਨ ਕਣਕ 11:30 ਸਾਡੀ 20 ਮਣ ਕਣਕ ਨਿਕਲੀ ਹੈ ਕਿੱਲੇ। ਕਿੰਨੇ ਮਣ? 20 ਮਣ। 20 ਮਣ। ਕਹਿੰਦੇ ਲੈਟ ਦਿੱਤੀ ਨਹੀਂ। ਸਾਰੇ ਕੱਟ ਲਾ। ਸਾਰੇ ਘੱਟ ਸਰ ਸਾਰੇ ਲਾਈਨ ਨਹੀਂ 4 ਦਿਨ ਹੋ ਗਏ ਲਾਈਟ ਨਹੀਂ ਆਈ। ਸਰ ਕਬਾਏ ਵੀ ਆਪਾਂ ਜਨਰੇਟਰ ਹੀ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ ਚੱਲਦਾ। ਤੁਸੀਂ ਤਾਂ ਜਨਰੇਟਰ ਚਲਾ ਲਿਓ ਹੁਣ। ਇਹ ਜਿਹੜਾ ਅਸੀਂ ਕਿੱਥੇ ਚਲਾਈ ਜਨਰੇਟਰ ਸਾਡੇ ਪੈਸੇ ਨਹੀਂ ਜਨਰੇਟਰ ਨਹੀਂ ਚਲਾਈ। 100 ਰੁਪਏ ਲੀਟਰ ਸਰ ਡੀਜ਼ਲ ਹੈਗਾ 100 ਸਿੱਧੂ ਸਾਹਿਬ ਛੋਟੀਆਂ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ। ਮੇਰੇ 30,000% ਜੁਰਮਾਨਾ ਕਰ ਗਏ ਵੀ ਤੇਰਾ ਮਾਫੀ ਵਾਲਾ ਮੀਟਰ ਲੱਗਿਆ ਜੀ। ਛੋਟੀ ਦੁਕਾਨ ਕਰਿਆਨੇ ਦੀ ਆਹ ਹਾਲ ਸ਼ੁਰੂ ਕਰਤਾ ਪਿੰਡ ਦੇ ਵਿੱਚ। ਇੰਨੇ ਧੱਕੇਸ਼ਾਹੀ ਹੋ ਰਹੀ, ਮਤਲਬ ਕਿਸੇ ਦੇ ਕੋਲ 30 ਰੁਪਏ ਨਹੀਂ ਹੈਗੇ। ਹੁਣ ਜਿਹੜੀ ਝਾੜ ਕੱਟਣ ਦੀ ਗੱਲ ਕੀਤੀ ਹੈ, ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਾਵੇਂ ਝਾੜ ਘਟਿਆ ਪਰ ਪਰਮਾਤਮਾ ਹਰੇਕ ਅਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲ੍ਹਦਾ। 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕ ਰਹੀ ਹੈ ਕਿਉਂਕਿ ਕਣਕ ਦੀ ਸਕੈਰਸਿਟੀ ਹੈ। ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ, ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ। ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ? ਦੂਜੀ ਗੱਲ 22 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮੈਂ ਤੁਹਾਨੂੰ ਜੇ ਨਾਮ ਤੁਸੀਂ ਨਾਮ ਤੁਹਾਡੇ ਕੋਲ ਹੋਣੇ, ਲੇਕਿਨ ਕਿਸ ਤਰੀਕੇ ਨਾਲ? ਕਿਸੇ ਨੇ ਗੱਡੀ ਅੱਗੇ ਆ ਕੇ, ਕਿਸੇ ਨੇ ਫਾਹਾ ਲਾ ਕੇ, ਕਿਸੇ ਨੇ ਟੋਭੇ ਛਾਲ ਮਾਰ ਕੇ, ਟੋਭੇ 'ਚ ਨੀਵਾਂ ਹੋ ਕੇ ਉੱਥੇ ਛਾਲ ਮਾਰ ਕੇ, ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ। ਕੱਲ ਪਰਸੋਂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ, ਕਿੱਥੇ ਗਏ ਸੀ? ਮੋੜ ਗਿਆ ਸੀ ਮੈਂ, ਨਹੀਂ ਨਾਭੇ, ਤੁੰਗਾ ਨਾਭੇ ਗਿਆ ਸੀ ਮੈਂ। ਉਹਨੇ ਸਲਫਾਸ ਖਾ ਕੇ, ਔਰ ਕਹਿੰਦੇ ਇੰਨੀ ਕੁ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ, ਅੰਤਾਂ ਉਤਾਂ ਪੜਦੀ। ਕਹਿੰਦੇ ਮਤਲਬ ਜਿਵੇਂ ਮੱਚ ਹੀ ਮਰ ਗਿਆ ਸੀ। ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ। ਕਹਿੰਦਾ ਮੈਂ ਜੀ ਕੇ ਲੈਣਾ ਕੀ ਹੈ। ਔਰ ਉਹ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ। ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ ਸੈਂਟਰ ਦੀ ਸਰਕਾਰ ਨੂੰ ਕਿ ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ, ਇਹਨਾਂ ਦੀ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ। ਤੇ ਮੈਨੂੰ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ ਹੈ। ਕਿਉਂ ਅਸੀਂ ਸੁਵਿਧਾਵਾਂ ਨਹੀਂ ਦੇ ਸਕਦੇ? ਕਿਉਂ ਅਸੀਂ ਸਹੂਲਤਾਂ ਨਹੀਂ ਦੇ ਪਾ ਰਹੇ? ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾ ਰਹੇ? ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾ ਰਹੇ? ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ। ਸਮਝੋ ਜੇ ਹੋਣ ਤੇ 50 ਪੈਸੇ ਦੇ ਕੇ ਤੁਸੀਂ ਰੁਪਈਏ ਲੈ ਸਕਦੇ। ਔਰ ਇਹ ਜਿਹੜੀ ਜ਼ਮੀਨਾਂ ਵੀ ਟੁੱਟ ਔਰ ਜਿਹੜੀ ਇਨਕਮ ਹੈ 2007 ਚ ਇਹ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਆ। ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ, ਇੱਕ ਮਿੰਟ ਜੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ? ਮੈਂ ਇਹੀ ਕਹਿਣਾ ਕਿ ਇਸ ਮਾਫੀਆ ਨੂੰ ਮਾਰੋ। 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ। ਨੰਬਰ 1 ਸ਼ਰਾਬ, ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ। ਇਹ GST ਤੋਂ ਪਰੇ ਨੇ, ਠੀਕ ਹੈ ਜੀ। ਨੰਬਰ 2 ਸੈਂਡ, ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ, ਠੀਕ ਹੈ। ਇਹ ਚੀਜ਼ਾਂ GST ਤੋਂ ਬਾਹਰ ਨੇ, ਇਹਨਾਂ ਚੋਂ ਪੈਸੇ ਨਿਕਲ ਸਕਦੇ ਆ। ਰੇਤੇ ਚੋਂ, ਸ਼ਰਾਬ ਚੋਂ, ਟਰਾਂਸਪੋਰਟ ਚੋਂ ਤੇ ਕੇਬਲ ਚੋਂ। ਅੱਜ ਕਿਤੇ ਛਾਪਾ ਛੂਪਾ ਮਾਰਿਆ, ਮੈਂ ਤਾਰੀਫ ਕਰਦਾ। ਉਸ ਤੋਂ ਬਾਅਦ ਜ਼ਮੀਨਾਂ ਕਬਜ਼ੇ 'ਚ ਨੇ, ਬੜੇ ਬੜੇ ਧਨਾਟਾਂ ਨੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਬੜੀਆਂ ਸਟੇਟਮੈਂਟਾਂ ਸੁਣੀਆਂ, ਮੈਨੂੰ ਬੜੀ ਖੁਸ਼ੀ ਹੈ। ਅਸੀਂ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਏ ਸੀ ਰਿਪੋਰਟ ਬਣਾਈ ਕਿ ਮੈਂ ਸੀ ਚੇਅਰਮੈਨ ਸਬ ਕਮੇਟੀ ਦਾ, ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਉਹਦੀ ਆਪਦੀ ਦੱਬੀ ਹੋਈ ਸੀ ਤੇ ਉਹਨੇ ਕਾਰਵਾਈ ਕਰਨੀ ਸੀ। ਕਰੋ ਕਾਰਵਾਈ ਠੋਕ ਕੇ, ਅਸੀਂ ਨਾਲ ਖੜੇ ਹਾਂ। ਫਿਰ ਜਿਹੜੀ ਹੈ ਟੈਕਸ ਕੰਪਲਾਇੰਸ, ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ? ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ, ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ। ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ, ਮੁਲਾਜ਼ਮ ਵੀ ਪੱਕੇ ਹੁੰਦੇ ਆ, ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ। ਤੇ ਆ ਜਿਹੜਾ 2018 ਤੋਂ ਜਿਹੜੀ 10,000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾਂ ਪਾਰ ਆ, ਦੇਖੋ
ਜਿਹੜੇ ਗੰਢੇ ਨਾਲ ਰੋਟੀ ਖਾਂਦੇ ਆ, ਅਚਾਰ ਨਾਲ ਰੋਟੀ ਖਾਂਦੇ ਆ, ਸਾਰਾ ਦਿਨ ਇੱਥੇ ਧੁੱਪੇ ਸਾੜ ਔਰ ਧੁੱਪੇ ਸੜ ਕੇ ਮਤਲਬ ਜਿਹੜੇ ਘੰਟੇ ਨਾਲ ਕੰਮ ਕਰਨ ਨੂੰ ਮਿਲਦੇ ਨੇ, ਬਾਕੀ 3-4 ਘੰਟੇ ਕੰਮ ਕਰਕੇ ਇੱਕ ਸਰ ਜੀ ਇੱਕ ਮਿੰਟ ਸਰ ਜੀ ਮੈਨੂੰ 4 ਵਜੇ 5 ਵਜੇ ਭਜਾ ਦੇਣਾ ਵਿੱਚ ਨੂੰ। ਸੁਣ ਲਾ ਇਹਨਾਂ ਦੇ ਖਾਤਰ ਮੈਂ ਇਹ ਕਹਿਣਾ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ, ਕਿਸੇ ਸਰਕਾਰ ਦੀ ਹੋਵੇ, ਕਿਸਾਨ ਸਾਡਾ ਸਰਮਾਇਆ ਹੈ, ਅੰਨਦਾਤਾ ਹੈ, ਸਮਝਦੇ ਨਹੀਂ? ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਇਸ਼ੂ ਹੋਣੀ ਚਾਹੀਦੀ ਹੈ। ਇਹ 50 ਪੈਸੇ ਪਾ ਕੇ ਰੁਪਈਆ ਸੈਂਟਰ ਦੀ ਸਰਕਾਰ ਤੋਂ ਲੈਣਾ ਚਾਹੀਦਾ, ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ। ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਹਾ ਕਿ ਮੇਰੇ ਦਿਲ ਦੇ ਬੜਾ ਕਰੀਬ ਹੈ। ਇਹ ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਇਹ ਤਿੰਨੇ ਡਿਸਟ੍ਰਿਕਟਾਂ ਦੇ ਵਿੱਚ 31000 ਏਕੜ ਜ਼ਮੀਨ ਆਉਂਦੀ ਹੈ। ਹੁਣ ਕੋਈ ਸਵਾਲ ਪੁੱਛਣਾ ਹੋਵੇ ਤਾਂ ਦੱਸੋ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ 'ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦੇਣ ਨੂੰ ਤੇ ਨਾ ਰਾਤ ਨੂੰ। ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ 20000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ। ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ। ਆਰਡਰ ਦੀ ਸਾਨੂੰ ਲੋੜ ਨਹੀਂ, ਆਰਡਰ ਤੇ ਸਪੈਸ਼ਲ ਸਾਡੇ ਕੋਲ ਆਰਡਰ ਦਵਾ ਦਿੱਤੀ ਹੈ। ਮੈਂ ਕਿਹਾ ਮੈਂ ਵੀ ਵੈਸਟ ਇੰਡੀਜ਼ ਵਾਲਾ ਹੀ ਲੱਗੂ, ਪਰਵਾਹ ਨਾ ਕਰ ਜੇ 2000 ਰੁਪਏ ਦਾ ਖੜਾ ਰਹੂੰਗਾ ਇੱਥੇ। ਹੈ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਆਵਾਜ਼ ਚੁੱਕਣਾ ਆ। ਕਈ ਕਹਿਣਗੇ ਜੀ ਗਰੀਬ ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਬੁਕਤ ਨਹੀਂ, ਫਿਰ ਕਿਸੇ ਦੀ ਮਿਹਨਤ ਦੀ ਬੁਕਤ ਨਹੀਂ। ਹੁਣ ਵੇਖੋ ਆ ਤਾਰਾਂ ਨੇ, ਇਧਰੋਂ ਜਿਹੜਾ ਇੱਕ ਦੇਖਣ ਦੇ ਜਿਹੜਾ ਆ ਤਾਰਾਂ ਨੇ, ਆ ਤਾਰ ਹੈ ਥੋੜਾ ਜਿਹਾ ਪਿਛਲੀ, ਇਹ ਆ ਸਾਹਮਣੇ ਜਿਹੜੀ ਹੈ ਨਾ, ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ, ਠੀਕ ਹੈ। ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ, ਜਿੱਥੇ ਕਹਿੰਦੇ ਨੇ ਵੀ ਅਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ, ਹਾਂ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਣੇ ਆ। ਇਹੋ ਜੀ ਗੱਲ ਨਹੀਂ। ਇਹ ਉਹ ਪਿੱਛੇ, ਉਹ ਪਿੱਛੇ ਇਹ ਕਿਉਂ ਹੈ ਗੁਰਬਤ? ਕਿਉਂਕਿ 2018 ਤੋਂ ਇਹਨਾਂ ਮਿਹਨਤ ਕਸ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲੀ। ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ, ਔਰ ਇਹ 'ਚ ਕੋਈ ਇਹ ਨਾ ਸੋਚੇ ਵੀ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਦਾ ਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ 'ਚ ਆਇਆ। ਮੈਂ ਕਿਸਾਨ ਦੇ ਪੱਖ 'ਚ ਆਇਆ ਔਰ ਮੈਂ ਸਾਫ਼ ਕਹਿਣਾ ਕਿ ਇਹਦੇ 'ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ MP ਬਣਿਆ ਉਦੋਂ 4000 ਹੁੰਦੀ ਸੀ ਕੰਪਨਸੇਸ਼ਨ, ਅੱਜ 10000 ਹੈ ਕੰਪਨਸੇਸ਼ਨ। ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਹੈ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ। ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ ਹੈ, ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ, ਇਹਨਾਂ ਕਿਸਾਨਾਂ ਦਾ ਗੰਢੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ ਹੈ। ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ, ਠੀਕ ਹੈ। ਹੁਣ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਹੈ। ਇਹ ਕਿਹਦੀ ਜ਼ਮੀਨ ਹੈ ਸਾਹਮਣੇ? ਇਹ ਤੁਹਾਡੀ ਹੈ? ਕੀ ਨਾਂ ਹੈ? ਜੱਟੂ ਸਿੰਘ। ਜੱਟੂ ਸਿੰਘ। ਕਿੰਨੀ ਹੈ? ਇਹ ਤਾਂ 4.5 ਕਿੱਲੇ ਮੇਰੇ ਕੋਲ ਹੈ। ਇੱਥੇ 4.5 ਇੱਥੇ ਸਭ ਤੋਂ ਵੱਧ ਕਿਹਦੀ ਹੈ? ਇੱਥੇ ਤਾਂ ਸਾਰਾ ਵੱਧ ਕੋਈ 4-5 ਏਕੜ ਹੈ। ਅੱਛਾ 4-5 ਕਿੱਲੇ ਆ। ਤੇ ਸਵੇਰੇ ਜਿਹੜਾ ਇੱਕ ਜਾਨਵਰ ਦੀ ਸਾਨੂੰ ਬੜੀ ਦਿੱਕਤ ਰਹਿੰਦੀ ਸਰ। ਜਾਨਵਰ ਸੂਰ ਹੈ ਨਾ, ਸੂਰ ਖਾ ਜਾਂਦੇ। ਸਾਨੂੰ ਕਿਸੇ ਤਰ੍ਹਾਂ ਇਹ ਤਾਂ ਜੀ ਪਾਣੀ ਪੀਣ ਨੂੰ ਨਾ ਲਾਇਕ ਰਹਿ ਗਿਆ ਤੇ ਨਾ ਹੀ ਫਸਲ ਦੇ ਲਾਉਣ ਦੇ ਸਭ ਤੇ ਫਿਰ ਪਾਣੀ ਕਿੱਥੋਂ ਲਾਣੀ? ਪਾਣੀ ਤੇ ਫਸਲ ਖਰਾਬ ਹੋ ਰਹੀ ਹੈ, ਕਲਰ ਬਣ ਰਹੀ ਸਰ। ਕਲਰ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾਲ ਲਵਾਂਗੇ ਤੇ ਕਿਹਦੀ ਸਾਰ ਲਵਾਂਗੇ ਮੈਨੂੰ ਦੱਸੋ। ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ, ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ। ਅੱਜ ਕਿਸਾਨ ਧਰਨੇ ਵੀ ਲਾ ਰਹੇ ਆ। ਵੇਖੋ 2 ਘੰਟੇ ਬਿਜਲੀ ਆਉਂਦੀ ਹੈ, 2 ਘੰਟੇ। ਤੇ ਅੱਜ ਮੈਂ ਸਵੇਰੇ ਕਿਹਾ ਸੀਗਾ, ਅੱਜ PPCL ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜੇ ਮੈਂ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ। ਜੀ ਜੀ ਤੁਸੀਂ ਸੁਣਨਾ ਚਾਹੋਗੇ? ਸੁਣਾਓ। ਲਓ। ਸਰ ਉਸका ਮੂੰਹ ਜ਼ਬਾਨੀ ਦੱਸ ਦਿਓ। नहीं मैं मुंह जुबानी रहा था ना। नहीं शॉर्ट में बता दो सर, शॉर्ट में सर और छोटी जी बेनती है, शॉर्ट में ये कर लेना तो ਸ਼ਾਰਟ में ये है ਕਿ ਭਾਈ ਤੁਸੀਂ ਪੰਜਾਬ ਦੇ ਲੋਕ ਹੁਣ ਸਾਡੇ ਨਾਲ ਥੋੜੀ ਜੀ ਕੋਆਪਰੇਸ਼ਨ ਕਰੋ, ਕਿਉਂਕਿ ਅਗਲੇ 3 ਦਿਨ ਤਲਵੰਡੀ ਸਾਬੋ ਤੇ ਰੋਪੜ ਵਾਲਾ ਪਲਾਂਟ ਬੰਦ ਰਹੇਗਾ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ 'ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ।
ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਇਹ ਹਿਸਾਬ ਤਾਂ ਹਰ ਬਾਲ ਬੱਚਾ ਨਾ ਮਾਰ ਕੇ ਰਾਤੀ ਰਹਿ ਨਹੀਂ ਦਿੰਦੇ ਬੱਚੇ ਰਾਤੀ ਮੱਛਰ ਇਹਦਾ ਮੋਟਾ ਹੈ ਸਿੱਧੂ ਸਾਹਿਬ ਜੇ ਪੰਜਾ ਮੋਟਾ ਮੱਛਰ ਹੈਗਾ ਪਿੰਡ ਦੇ ਜਵਾਕਾਂ ਨੂੰ ਇੱਕ ਮਿੰਟ ਯਾਰ ਬਾਤ ਕਰ ਰਹਿਣ ਦਿੰਦੇ ਰਾਤ ਨੂੰ ਖੈਰ ਯਾਰ ਤੂੰ ਸੁਣਦੇ ਹੋ ਨਹੀਂ ਸੁਣਦੇ ਨਾ, ਲੈਟ ਰਾਤ ਨੂੰ ਹੀ ਨਹੀਂ ਦਿੰਦੇ ਰਾਤ ਨੂੰ ਵੀ ਨਹੀਂ ਆਉਂਦੀ। ਉਹ ਬੱਚੇ ਸਾਰੀ ਰਾਤ ਰੋਂਦੇ ਲਾਂਦੇ ਬਿਜਲੀ ਵਾਲੇ ਇੱਕ ਮਿੰਟ ਠਹਿਰ ਨਾ, ਤੇਰੇ ਸਵਾਲਾਂ ਦੀ ਗੱਲ ਛੱਡ, ਮੈਂ ਲੋਕਾਂ ਦੀ ਗੱਲ ਕਰਦਾ। ਅਸਲੀ ਕਿੰਨੀ ਬੱਤੀ ਆਉਂਦੀ ਆ? ਇਹ ਤਾਂ ਮੇਰੇ ਰਿਸ਼ਤੇਦਾਰ ਨਹੀਂ। ਹਾਂ ਸਰ ਸਵੇਰੇ ਦੀ 1 ਘੰਟਾ ਸਿਰ ਚੱਲੀ ਇਹ ਗਹਿਣੇ ਕਿ ਸਾਡੀ ਕਣਕ 30 ਮਣ ਵੀ ਜੜੀ ਕਿੱਲਾ 20 ਮਣ ਕਿੱਲਾ ਜੜੀ ਤਕਰੀਬਨ ਕਣਕ 11:30 ਸਾਡੀ 20 ਮਣ ਕਣਕ ਨਿਕਲੀ ਹੈ ਕਿੱਲੇ ਕਿੰਨੇ ਮਣ? 20 ਮਣ 20 ਮਣ। ਕਹਿੰਦੇ ਲੈਟ ਦਿੱਤੀ ਨਹੀਂ ਸਾਰੇ ਕੱਟ ਲਾ। ਸਾਰੇ ਕੱਟ ਸਕਦਾ। ਸ਼ਾਲੇ ਤਾਂ ਨਹੀਂ 4 ਦਿਨ ਹੋ ਗਏ ਲਾਈਟ ਹੀ ਨਹੀਂ ਆਈ। ਸਰ ਕਬਾਏ ਵੀ ਆਪਾਂ ਜਨਰੇਟਰ ਹੀ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ ਤੁਸੀਂ ਤਾਂ ਜਨਰੇਟਰ ਚਲਾ ਲਿਓ ਹੁਣ। ਇਹ ਜਿਹੜਾ ਅਸੀਂ ਕਿੱਥੇ ਚਲਾਈਏ ਸਾਡੇ ਪੈਸੇ ਨਹੀਂ ਚਲਾਈਏ ਚਲਾਈਏ 100 ਰੁਪਏ ਲੀਟਰ ਸਰ ਡੀਜ਼ਲ ਹੈਗਾ 100 ਸਿੱਧੂ ਸਾਹਿਬ ਛੋਟੀਆਂ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ। ਮੇਰੇ 30000% ਜੁਰਮਾਨਾ ਕਰ ਗਏ ਵੀ ਤੇਰਾ ਮਾਫੀ ਵਾਲਾ ਮੀਟਰ ਲੱਗਿਆ ਜੀ। ਛੋਟੀ ਦੁਕਾਨ ਕਰਿਆਨੇ ਦੀ ਆਹ ਹਾਲ ਸ਼ੁਰੂ ਕਰਤਾ ਪਿੰਡ ਦੇ ਵਿੱਚ। ਇਹਨੇ ਧੱਕੇਸ਼ਾਹੀ ਹੋ ਰਹੀ, ਮਤਲਬ ਕਿਸੇ ਦੇ ਕੋਲ 30 ਰੁਪਏ ਨਹੀਂ ਹੈਗੇ। ਹੁਣ ਜਿਹੜੀ ਝਾੜ ਘਟਣ ਦੀ ਗੱਲ ਕੀਤੀ ਹੈ, ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਾਵਾਂ ਝਾੜ ਘਟਿਆ ਪਰ ਪਰਮਾਤਮਾ ਹਰੇਕ ਅਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲ੍ਹਦਾ। 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕ ਰਹੀ ਹੈ ਕਿਉਂਕਿ ਕਣਕ ਦੀ ਸਕੈਰਸਿਟੀ ਹੈ ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ, ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ। ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ? ਦੂਜੀ ਗੱਲ 22 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮੈਂ ਤੁਹਾਨੂੰ ਜੇ ਨਾਮ ਤੁਸੀਂ ਨਾਮ ਤੁਹਾਡੇ ਕੋਲ ਹੋਣੇ, ਲੇਕਿਨ ਕਿਸ ਤਰੀਕੇ ਨਾਲ ਕਿਸੇ ਨੇ ਗੱਡੀ ਅੱਗੇ ਆ ਕੇ, ਕਿਸੇ ਨੇ ਫਾਹਾ ਲਾ ਕੇ, ਕਿਸੇ ਨੇ ਟੋਭੇ ਛਾਲ ਮਾਰ ਕੇ, ਟੋਭੇ 'ਚ ਨੀਵਾਂ ਹੋ ਕੇ ਉੱਥੇ ਛਾਲ ਮਾਰ ਕੇ, ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ। ਕੱਲ ਪਰਸੋਂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ, ਕਿੱਥੇ ਗਏ ਸੀ? ਮੋੜ ਗਿਆ ਸੀ ਮੈਂ, ਨਹੀਂ ਨਾਭੇ, ਤੁੰਗਾ ਨਾਭੇ ਗਿਆ ਸੀ ਮੈਂ। ਉਹਨੇ ਸਲਫਾਸ ਖਾ ਕੇ, ਔਰ ਕਹਿੰਦੇ ਇੰਨੀ ਕੁ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ, ਅੰਤਾਂ ਉਤਾਂ ਪੜਦੀ। ਕਹਿੰਦੇ ਮਤਲਬ ਜਿਵੇਂ ਮੱਚੀ ਮਰ ਗਿਆ ਸੀ। ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ। ਕਹਿੰਦਾ ਮੈਂ ਜੀ ਕੇ ਲੈਣਾ ਕੀ ਹੈ। ਔਰ ਉਹ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ। ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ ਸੈਂਟਰ ਦੀ ਸਰਕਾਰ ਨੂੰ ਕਿ ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ, ਇਹਨਾਂ ਦੀ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ। ਤੇ ਮੈਨੂੰ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ ਹੈ। ਕਿਉਂ ਅਸੀਂ ਸੁਵਿਧਾਵਾਂ ਨਹੀਂ ਦੇ ਸਕਦੇ? ਕਿਉਂ ਅਸੀਂ ਸਹੂਲਤਾਂ ਨਹੀਂ ਦੇ ਪਾ ਰਹੇ? ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾ ਰਹੇ? ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾ ਰਹੇ? ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ। ਸਮਝੋ ਜੇ ਹੁਣ ਤੇ 50 ਪੈਸੇ ਦੇ ਕੇ ਤੁਸੀਂ ਰੁਪਈਏ ਲੈ ਸਕਦੇ। ਔਰ ਇਹ ਜਿਹੜੀ ਜ਼ਮੀਨਾਂ ਵੀ ਟੁੱਟ ਔਰ ਜਿਹੜੀ ਇਨਕਮ ਹੈ 2007 ਚ ਇਹ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਆ। ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ, ਇੱਕ ਮਿੰਟ ਜੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ? ਮੈਂ ਇਹੀ ਕਹਿਣਾ ਕਿ ਇਸ ਮਾਫੀਏ ਨੂੰ ਮਾਰੋ। 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ। ਨੰਬਰ 1 ਸ਼ਰਾਬ, ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ। ਇਹ GST ਤੋਂ ਪਰੇ ਨੇ, ਠੀਕ ਹੈ ਜੀ। ਨੰਬਰ 2 ਸੈਂਡ, ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ 20000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ, ਠੀਕ ਹੈ। ਇਹ ਚੀਜ਼ਾਂ GST ਤੋਂ ਬਾਹਰ ਨੇ, ਇਹਨਾਂ ਚੋਂ ਪੈਸੇ ਨਿਕਲ ਸਕਦੇ ਆ, ਰੇਤੇ ਚੋਂ, ਸ਼ਰਾਬ ਚੋਂ, ਟਰਾਂਸਪੋਰਟ ਚੋਂ ਤੇ ਕੇਬਲ ਚੋਂ। ਅੱਜ ਕਿਤੇ ਛਾਪਾ ਛੁਪਾ ਮਾਰਿਆ, ਮੈਂ ਤਾਰੀਫ ਕਰਦਾ। ਉਦੋਂ ਬਾਅਦ ਜ਼ਮੀਨਾਂ ਕਬਜ਼ੇ 'ਚ ਨੇ, ਬੜੇ ਬੜੇ ਧਨਾਤਾਂ ਨੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਬੜੀਆਂ ਸਟੇਟਮੈਂਟਾਂ ਸੁਣੀਆਂ, ਮੈਨੂੰ ਬੜੀ ਖੁਸ਼ੀ ਹੈ। ਅਸੀਂ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਏ ਸੀ ਰਿਪੋਰਟ ਬਣਾਈ ਕਿ ਮੈਂ ਸੀ ਚੇਅਰਮੈਨ ਸਬ ਕਮੇਟੀ ਦਾ, ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਉਹਦੀ ਆਪਦੀ ਦੱਬੀ ਹੋਈ ਸੀ ਤੇ ਉਹਨੇ ਕਾਰਵਾਈ ਕਰਨੀ ਸੀ। ਕਰੋ ਕਾਰਵਾਈ ਠੋਕ ਕੇ, ਅਸੀਂ ਨਾਲ ਖੜੇ ਹਾਂ। ਫਿਰ ਜਿਹੜੀ ਹੈ ਟੈਕਸ ਕੰਪਲਾਇੰਸ, ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ, ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ, ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ। ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ
ਮੁਲਾਜ਼ਮ ਵੀ ਪੱਕੇ ਹੁੰਦੇ ਆ, ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ। ਤੇ ਆ ਜਿਹੜਾ 2018 ਤੋਂ ਜਿਹੜੀ 10,000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾਂ ਪਾਰ ਆ, ਦੇਖੋ ਜਿਹੜੇ ਗੰਢੇ ਨਾਲ ਰੋਟੀ ਖਾਂਦੇ ਆ, ਅਚਾਰ ਨਾਲ ਰੋਟੀ ਖਾਂਦੇ ਆ, ਸਾਰਾ ਦਿਨ ਇਹ ਧੁੱਪੇ ਸੜ ਔਰ ਧੁੱਪੇ ਸੜ ਕੇ ਮਤਲਬ ਜਿਹੜੇ ਇਹਨਾਂ ਨੂੰ ਕੰਮ ਕਰਨ ਨੂੰ ਮਿਲਦੇ ਨੇ, ਬਾਕੀ 3-4 ਘੰਟੇ ਕੰਮ ਕਰਕੇ ਇੱਕ ਸਰ ਜੀ ਇੱਕ ਮਿੰਟ ਸਰ ਜੀ ਮੈਨੂੰ 4 ਵਜੇ 5 ਵਜੇ ਭਜਾ ਦੇਣਾ ਵਿੱਚ ਸੁਣ ਲਾ ਇਹਨਾਂ ਦੇ ਖਾਤਰ ਮੈਂ ਕਹਿਣਾ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ, ਕਿਸੇ ਸਰਕਾਰ ਦੀ ਹੋਵੇ, ਕਿਸਾਨ ਸਾਡਾ ਸਰਮਾਇਆ ਹੈ, ਅੰਨਦਾਤਾ ਹੈ, ਸਮਝ ਨਹੀਂ। ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਇਸ਼ੂ ਹੋਣੀ ਚਾਹੀਦੀ ਹੈ। ਇਹ 50 ਪੈਸੇ ਪਾ ਕੇ ਰੁਪਈਆ ਸੈਂਟਰ ਦੀ ਸਰਕਾਰ ਤੋਂ ਲੈਣਾ ਚਾਹੀਦਾ, ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ। ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਹਾ ਕਿ ਮੇਰੇ ਦਿਲ ਦੇ ਬੜਾ ਕਰੀਬ ਹੈ। ਇਹ ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਇਹ ਤਿੰਨੇ ਡਿਸਟ੍ਰਿਕਟਾਂ ਦੇ ਵਿੱਚ 31,000 ਏਕੜ ਜ਼ਮੀਨ ਆਉਂਦੀ ਹੈ। ਹੁਣ ਕੋਈ ਸਵਾਲ ਪੁੱਛਣਾ ਹੋਵੇ ਤਾਂ ਦੱਸੋ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ 'ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦੇਣ ਨੂੰ ਤੇ ਨਾ ਰਾਤ ਨੂੰ। ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ, 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ। ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ ਹੈ। ਆਰਡਰ ਦੀ ਸਾਨੂੰ ਲੋੜ ਨਹੀਂ। ਆਰਡਰ ਤੇ ਸਪੈਸ਼ਲ ਸਾਡੇ ਕੋਲ ਆਰਡਰ ਦਵਾ ਦਿੱਤੀ ਹੈ। ਮੈਂ ਕਿਹਾ ਮੈਂ ਵੀ ਵੈਸਟ ਇੰਡੀਜ਼ ਵਾਲਾ ਹੀ ਲੱਗੂ, ਪਰਵਾਹ ਨਾ ਕਰ ਜੇ 2,000 ਰੁਪਏ ਖੜਾ ਰਹੂੰਗਾ ਇੱਥੇ। ਹੈ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਆਵਾਜ਼ ਚੁੱਕਣਾ ਆ। ਕਈ ਕਹਿਣਗੇ ਜੀ ਗਰੀਬ, ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਬੁਕਤ ਨਹੀਂ, ਫਿਰ ਕਿਸੇ ਦੀ ਮਿਹਨਤ ਦੀ ਬੁਕਤ ਨਹੀਂ। ਹੁਣ ਵੇਖੋ ਆ ਤਾਰਾਂ ਨੇ, ਇਧਰੋਂ ਜਿਹੜਾ ਇੱਕ ਦੇਖਣ ਦੇ ਜਿਹੜਾ ਆ ਤਾਰਾਂ ਨੇ, ਆ ਤਾਰ ਹੈ ਥੋੜਾ ਜਿਹਾ ਪਿੱਛੇ। ਇਹ ਆ ਸਾਹਮਣੇ ਜਿਹੜੀ ਹੈ ਨਾ, ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ, ਠੀਕ ਹੈ। ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ, ਜਿੱਥੇ ਕਹਿੰਦੇ ਨੇ ਵੀ ਅਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ, ਹਾਂ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਣੇ ਆ। ਇਹੋ ਜੀ ਗੱਲ ਨਹੀਂ। ਇਹ ਉਹ ਪਿੱਛੇ, ਉਹ ਪਿੱਛੇ ਇਹ ਕਿਉਂ ਹੈ ਗੁਰਬਤ? ਕਿਉਂਕਿ 2018 ਤੋਂ ਇਹਨਾਂ ਮਿਹਨਤਕਸ਼ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ। ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ, ਔਰ ਇਹ 'ਚ ਕੋਈ ਇਹ ਨਾ ਸੋਚੇ ਵੀ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਦਾ ਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ 'ਚ ਆਇਆ। ਮੈਂ ਕਿਸਾਨ ਦੇ ਪੱਖ 'ਚ ਆਇਆ, ਔਰ ਮੈਂ ਸਾਫ਼ ਕਹਿਣਾ ਕਿ ਇਹਦੇ 'ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ। ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ MP ਬਣਿਆ, ਉਦੋਂ 4,000 ਹੁੰਦੀ ਸੀ ਕੰਪਨਸੇਸ਼ਨ, ਅੱਜ 10,000 ਹੈ ਕੰਪਨਸੇਸ਼ਨ। ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਹੈ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ। ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ ਹੈ, ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ, ਇਹਨਾਂ ਕਿਸਾਨਾਂ ਦਾ ਗੰਢੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ ਹੈ। ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ, ਠੀਕ ਹੈ। ਹੁਣ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਇਹਨਾਂ ਦੀ। ਇਹ ਕਿਹਦੀ ਜ਼ਮੀਨ ਹੈ ਸਾਹਮਣੇ? ਇਹ ਤੁਹਾਡੀ ਹੈ? ਕੀ ਨਾਂ ਹੈ? ਜੱਟੂ ਸਿੰਘ। ਜੱਟੂ ਸਿੰਘ। ਕਿੰਨੀ ਹੈ? ਇਹ ਤਾਂ 4.5 ਕਿੱਲੇ ਮੇਰੇ ਕੋਲ। ਇੱਥੇ 4.5 ਇੱਥੇ ਸਭ ਤੋਂ ਵੱਧ ਕਿਹਦੀ ਹੈ? ਇੱਥੇ ਤਾਂ ਸਾਰਾ ਵੱਧ ਕੋਈ ਨਹੀਂ, 4-5 ਏਕੜ ਵਾਲਾ। ਅੱਛਾ 4-4 5-5 ਕਿੱਲੇ ਆ। ਤੇ ਸਵੇਰੇ ਜਿਹੜਾ ਇੱਕ ਜਾਨਵਰ ਦੀ ਸਾਨੂੰ ਬੜੀ ਦਿੱਕਤ ਰਹਿੰਦੀ ਸਰ। ਜਾਨਵਰ ਸੂਰ ਹੈ ਨਾ, ਸੂਰ ਖਾ ਜਾਂਦੇ। ਇਹ ਸਾਨੂੰ ਜੀ ਪਾਣੀ ਪੀਣ ਨੂੰ ਨਾ ਲਾਇਕ ਰਹਿ ਗਿਆ ਤੇ ਨਾ ਹੀ ਫਸਲ ਦੇ ਲਾਉਣ ਦੇ ਸਭ ਤੇ ਫਿਰ ਪਾਣੀ ਕਿੱਥੋਂ ਲਾਉਂਦੇ? ਪਾਣੀ ਤਾਂ ਫਸਲ ਖਰਾਬ ਹੋ ਰਹੀ ਹੈ, ਕਲਰ ਬਣ ਰਹੀ ਸਰ। ਕਲਰ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾ ਲਵਾਂਗੇ ਤੇ ਕਿਹਦੀ ਸਾਰ ਲਵਾਂਗੇ ਮੈਨੂੰ ਦੱਸੋ। ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ, ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ। ਅੱਜ ਕਿਸਾਨ ਧਰਨੇ ਵੀ ਲਾ ਰਹੇ ਆ। ਵੇਖੋ 2 ਘੰਟੇ ਬਿਜਲੀ ਆਉਂਦੀ ਹੈ, 2 ਘੰਟੇ। ਤੇ ਅੱਜ ਮੈਂ ਸਵੇਰੇ ਕਿਹਾ ਸੀਗਾ, ਅੱਜ PPCL ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜੇ ਮੈਂ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ। ਜੀ ਜੀ ਤੁਸੀਂ ਸੁਣਨਾ ਚਾਹੋਗੇ? ਸੁਣਾਓ। ਲਓ। ਸਰ ਤੁਸੀਂ ਮੂੰਹ ਜ਼ਬਾਨੀ ਦੱਸ ਦਿਓ ਜੀ। नहीं मैं मुंह जुबानी रहा था ना। नहीं शॉर्ट में बता दो सर, शॉर्ट में और छोटी जी बेनती है, शॉर्ट में ये कर लेना तो शॉर्ट में ये है कि भाई तुसी पंजाब दे लोग हुण साडे नाल
ਥੋੜੀ ਜੀ ਕੋਆਪਰੇਸ਼ਨ ਕਰੋ, ਕਿਉਂਕਿ ਅਗਲੇ 3 ਦਿਨ ਤਲਵੰਡੀ ਸਾਬੋ ਤੇ ਰੋਪੜ ਵਾਲਾ ਪਲਾਂਟ ਬੰਦ ਰਹੇਗਾ। ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ? ਜੇ 22 ਘੰਟਿਆਂ ਚੋਂ 2 ਘੰਟੇ ਤੇ ਆਉਂਦੀ ਹੈ, ਹੁਣ 2 ਘੰਟੇ ਵੀ ਨਹੀਂ ਆਉਣੀ। ਇਹ ਹਿਸਾਬ ਹੈ। ਇੱਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ। ਇਹ ਹਿਸਾਬ ਤਾਂ ਬਾਲ ਬੱਚਾ ਦਾ ਮਾਰ ਕੇ ਰਾਤੀ ਰਹਿ ਨਹੀਂ ਦਿੰਦੇ, ਰਾਤੀ ਮੱਛਰ ਮੋਟਾ ਸਿੱਧੂ ਸਾਹਿਬ ਜੀ ਪੰਜਾ ਮੋਟਾ ਮੱਛਰ ਹੈਗਾ ਪਿੰਡ ਦੇ ਜਵਾਕਾਂ ਨੂੰ। ਇੱਕ ਮਿੰਟ ਯਾਰ ਬਾਤ ਕਰ ਰਹਿਣ ਦਿੰਦੇ, ਰਾਤ ਨੂੰ ਖੈਰ ਯਾਰ ਤੂੰ ਸੁਣਦੇ ਹੋ ਨਹੀਂ ਸੁਣਦੇ ਨਾ, ਲੈਟ ਰਾਤ ਨੂੰ ਹੀ ਨਹੀਂ ਦਿੰਦੇ। ਰਾਤ ਨੂੰ ਵੀ ਨਹੀਂ ਆਉਂਦੀ। ਉਹ ਬੱਚੇ ਸਾਰੀ ਰਾਤ ਰੋਂਦੇ ਲਾਂਦੇ ਬਿਜਲੀ ਵਾਲੇ। ਇੱਕ ਮਿੰਟ ਹੈ ਨਾ, ਤੇਰੇ ਸਵਾਲਾਂ ਦੀ ਗੱਲ ਛੱਡ, ਮੈਂ ਲੋਕਾਂ ਦੀ ਗੱਲ ਕਰਦਾ। 10 ਵੀ ਕਿੰਨੀ ਬੱਤੀ ਆਉਂਦੀ ਆ? ਇਹ ਤਾਂ ਮੇਰੇ ਰਿਸ਼ਤੇਦਾਰ ਨਹੀਂ। ਸਰ ਸਵੇਰੇ ਦੀ 1 ਘੰਟਾ ਸਿਰਫ ਚੱਲੀ ਇਹ ਗਹਿਣੇ ਕਹਿੰਦੇ ਸਾਡੀ ਕਣਕ 30 ਮਣ ਵੀ ਰਾਤੀ 20 ਮਣ ਕਿੱਲਾ ਜੜੀ ਤਕਰੀਬਨ ਕਣਕ 11:30 ਸਾਡੀ 20 ਮਣ ਕਣਕ ਨਿਕਲੀ ਹੈ ਕਿੱਲੇ। ਕਿੰਨੇ ਮਣ? 20 ਮਣ। 20 ਮਣ। ਕਹਿੰਦੇ ਲੈਟ ਦਿੱਤੀ ਨਹੀਂ। ਸਾਰੇ ਕੱਟ ਲਾ। ਸਾਰੇ ਕੱਟ ਸਰ ਚਾਰ ਦਿਨ ਆਈ ਨਹੀਂ, 4 ਦਿਨ ਹੋ ਗਏ ਲਾਈਟ ਹੀ ਨਹੀਂ ਆਈ। ਸਰ ਕਬਾਏ ਵੀ ਆਪਾਂ ਜਨਰੇਟਰ ਹੀ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ ਤੁਸੀਂ ਤਾਂ ਜਨਰੇਟਰ ਚਲਾ ਲਿਓ। ਹੁਣ ਇਹ ਜਿਹੜਾ ਅਸੀਂ ਕਿੱਥੇ ਚਲਾਈਏ ਸਾਡੇ ਜਨਰੇਟਰ ਕਿੱਥੇ ਚਲਾਈਏ। 100 ਰੁਪਏ ਲੀਟਰ ਸਰ ਡੀਜ਼ਲ ਹੈਗਾ 100 ਦੇ ਸਿੱਧੂ ਸਾਹਿਬ ਛੋਟੀਆਂ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ। ਮੇਰੇ 30,000% ਜੁਰਮਾਨਾ ਕਰ ਗਏ ਵੀ ਤੇਰਾ ਮਾਫੀ ਵਾਲਾ ਮੀਟਰ ਲੱਗਿਆ ਜੀ। ਛੋਟੀ ਦੁਕਾਨ ਕਰਿਆਨੇ ਦੀ ਆਹ ਹਾਲ ਸ਼ੁਰੂ ਕਰਤਾ ਪਿੰਡ ਦੇ ਵਿੱਚ। ਇੰਨੇ ਧੱਕੇਸ਼ਾਹੀ ਹੋ ਰਹੀ, ਮਤਲਬ ਵੀ ਕਿਸੇ ਦੇ ਕੋਲ 30 ਰੁਪਏ ਨਹੀਂ ਹੈਗੇ। ਹੁਣ ਜਿਹੜੀ ਝਾੜ ਕੱਟਣ ਦੀ ਗੱਲ ਕੀਤੀ ਹੈ, ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਾਵੇਂ ਝਾੜ ਘਟਿਆ, ਪਰ ਪਰਮਾਤਮਾ ਹਰੇਕ ਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲਦਾ। 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕ ਰਹੀ ਹੈ ਜੀ, ਕਿਉਂਕਿ ਕਣਕ ਦੀ ਸਕੈਰਸਿਟੀ ਹੈ। ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ, ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ। ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ? ਦੂਜੀ ਗੱਲ, 22 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮੈਂ ਤੁਹਾਨੂੰ ਜੇ ਨਾਮ ਤੁਸੀਂ ਨਾਮ ਤੁਹਾਡੇ ਕੋਲ ਹੋਣੇ, ਲੇਕਿਨ ਕਿਸ ਤਰੀਕੇ ਨਾਲ? ਕਿਸੇ ਨੇ ਗੱਡੀ ਅੱਗੇ ਆ ਕੇ, ਕਿਸੇ ਨੇ ਫਾਹਾ ਲਾ ਕੇ, ਕਿਸੇ ਨੇ ਟੋਭੇ ਛਾਲ ਮਾਰ ਕੇ, ਟੋਭੇ 'ਚ ਨੀਵਾਂ ਹੋ ਕੇ ਉੱਥੇ ਛਾਲ ਮਾਰ ਕੇ, ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ। ਕੱਲ ਪਰਸੋਂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ, ਕਿੱਥੇ ਗਏ ਸੀ? ਮੋੜ ਗਿਆ ਸੀ ਮੈਂ, ਨਹੀਂ ਨਾਭੇ, ਤੁੰਗਾ ਨਾਭੇ ਗਿਆ ਸੀ ਮੈਂ। ਉਹਨੇ ਸਲਫਾਸ ਖਾ ਕੇ, ਔਰ ਕਹਿੰਦੇ ਇੰਨੀ ਕੁ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ, ਤਾਂ ਪੜ ਕਹਿੰਦੇ ਮਤਲਬ ਜਿਵੇਂ ਮੱਚ ਹੀ ਮਰ ਗਿਆ ਸੀ। ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ। ਕਹਿੰਦਾ ਮੈਂ ਜੀ ਕੇ ਲੈਣਾ ਕੀ ਹੈ। ਔਰ ਉਹ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ। ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ ਸੈਂਟਰ ਦੀ ਸਰਕਾਰ ਨੂੰ ਕਿ ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ, ਇਹਨਾਂ ਦੀ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ। ਤੇ ਮੈਨੂੰ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ ਹੈ। ਕਿਉਂ ਅਸੀਂ ਸੁਵਿਧਾਵਾਂ ਨਹੀਂ ਦੇ ਸਕਦੇ? ਕਿਉਂ ਅਸੀਂ ਸਹੂਲਤਾਂ ਨਹੀਂ ਦੇ ਪਾ ਰਹੇ? ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾ ਰਹੇ? ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾ ਰਹੇ? ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ। ਸਮਝੋ, ਜੇ ਹੋਣ ਤੇ 50 ਪੈਸੇ ਦੇ ਕੇ ਤੁਸੀਂ ਰੁਪਈਏ ਲੈ ਸਕਦੇ। ਔਰ ਇਹ ਜਿਹੜੀ ਇਨਕਮ ਹੈ 2007 ਚ ਇਹ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਆ। ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ, ਇੱਕ ਮਿੰਟ ਜੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ? ਮੈਂ ਇਹੀ ਕਹਿਣਾ ਕਿ ਇਸ ਮਾਫੀਏ ਨੂੰ ਮਾਰੋ। 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ। ਨੰਬਰ 1 ਸ਼ਰਾਬ, ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ। ਇਹ GST ਤੋਂ ਪਰੇ ਨੇ, ਠੀਕ ਹੈ ਜੀ। ਨੰਬਰ 2 ਸੈਂਡ, ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ, 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ, ਠੀਕ ਹੈ। ਇਹ ਚੀਜ਼ਾਂ GST ਤੋਂ ਬਾਹਰ ਨੇ, ਇਹਨਾਂ ਚੋਂ ਪੈਸੇ ਨਿਕਲ ਸਕਦੇ ਆ। ਰੇਤੇ ਚੋਂ, ਸ਼ਰਾਬ ਚੋਂ, ਟਰਾਂਸਪੋਰਟ ਚੋਂ ਤੇ ਕੇਬਲ ਚੋਂ। ਅੱਜ ਕਿਤੇ ਛਾਪਾ ਛੁਪਾ ਮਾਰਿਆ, ਮੈਂ ਤਾਰੀਫ ਕਰਦਾ। ਉਸ ਤੋਂ ਬਾਅਦ ਜ਼ਮੀਨਾਂ ਕਬਜ਼ੇ 'ਚ ਨੇ, ਬੜੇ ਬੜੇ ਧਨਾਟਾਂ ਨੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਬੜੀਆਂ ਸਟੇਟਮੈਂਟਾਂ ਸੁਣੀਆਂ, ਮੈਨੂੰ ਬੜੀ ਖੁਸ਼ੀ ਹੈ। ਅਸੀਂ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਏ ਸੀ ਰਿਪੋਰਟ ਬਣਾਈ, ਕਿ ਮੈਂ ਸੀ ਚੇਅਰਮੈਨ ਸਬ ਕਮੇਟੀ ਦਾ, ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਉਹਦੀ ਆਪਦੀ ਦੱਬੀ ਹੋਈ ਸੀ ਤੇ ਉਹਨੇ ਕਾਰਵਾਈ ਕਰਨੀ ਸੀ।
ਕਰੋ ਕਾਰਵਾਈ ਠੋਕ ਕੇ ਅਸੀਂ ਨਾਲ ਖੜੇ ਹਾਂ। ਫਿਰ ਜਿਹੜੀ ਹੈ ਟੈਕਸ ਕੰਪਲਾਇੰਸ, ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ, ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ, ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ। ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ, ਮੁਲਾਜ਼ਮ ਵੀ ਪੱਕੇ ਹੁੰਦੇ ਆ, ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ, ਤੇ ਆ ਜਿਹੜਾ 2018 ਤੋਂ ਜਿਹੜੀ 10,000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾਂ ਪਾਰ ਆ, ਦੇਖੋ ਜਿਹੜੇ ਗੰਢੇ ਨਾਲ ਰੋਟੀ ਖਾਂਦੇ ਆ, ਅਚਾਰ ਨਾਲ ਰੋਟੀ ਖਾਂਦੇ ਆ, ਸਾਰਾ ਦਿਨ ਹੀ ਧੁੱਪੇ ਸੜ ਔਰ ਧੁੱਪੇ ਸੜ ਕੇ ਮਤਲਬ ਜਿਹੜੇ ਗੰਢੇ ਨਾਲ ਨੂੰ ਕੰਮ ਕਰਨ ਨੂੰ ਮਿਲਦੇ ਨੇ, ਬਾਕੀ 3-4 ਘੰਟੇ ਕੰਮ ਕਰਕੇ ਇੱਕ ਸਰ ਜੀ ਇੱਕ ਮਿੰਟ ਸਰ ਜੀ ਮੈਨੂੰ 4 ਵਜੇ 5 ਵਜੇ ਭਜਾ ਦੇਣਾ ਵਿੱਚ ਸੁਣ ਲਾ ਨਾ, ਇਹਨਾਂ ਦੇ ਖਾਤਰ ਮੈਂ ਇਹ ਕਹਿਣਾ ਇੱਕ ਜਨਾਬ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ, ਕਿਸੇ ਸਰਕਾਰ ਦੀ ਹੋਵੇ, ਕਿਸਾਨ ਸਾਡਾ ਸਰਮਾਇਆ ਹੈ, ਅੰਨਦਾਤਾ ਹੈ, ਸਮਝ ਨਹੀਂ, ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਇਸ਼ੂ ਹੋਣੀ ਚਾਹੀਦੀ ਹੈ। ਇਹ 50 ਪੈਸੇ ਪਾ ਕੇ ਰੁਪਈਆ ਸੈਂਟਰ ਦੀ ਸਰਕਾਰ ਤੋਂ ਲੈਣਾ ਚਾਹੀਦਾ, ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ। ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਹਾ ਕਿ ਮੇਰੇ ਦਿਲ ਦੇ ਬੜਾ ਕਰੀਬ ਹੈ। ਇਹ ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਇਹ ਤਿੰਨੇ ਡਿਸਟ੍ਰਿਕਟਾਂ ਦੇ ਵਿੱਚ 31,000 ਏਕੜ ਜ਼ਮੀਨ ਆਉਂਦੀ ਹੈ। ਹੁਣ ਕੋਈ ਸਵਾਲ ਪੁੱਛਣਾ ਹੋਵੇ ਤਾਂ ਦੱਸੋ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।